ਡੀਡੀ ਪੰਜਾਬੀ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ। ਮੈਂ ਹਾਂ ਵੰਦਨਾ ਖੰਨਾ ਤੇ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਾਸ ਖਬਰ ਇੱਕ ਨਜ਼ਰ ਤੇ ਰੋਜ਼ ਦੀ ਤਰ੍ਹਾਂ ਅਖਬਾਰਾਂ ਦੀਆਂ ਖਾਸ ਸੁਰਖੀਆਂ ਤੇ ਵਿਚਾਰ ਚਰਚਾ ਕਰਨ ਦੇ ਲਈ ਆਸਾਨ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਸੀਨੀਅਰ ਪੱਤਰਕਾਰ ਵਰਿੰਦਰ ਸ਼ਰਮਾ ਜੀ। ਆਓ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਸ਼ਰਮਾ ਜੀ, ਪ੍ਰੋਗਰਾਮ ਦੇ ਵਿੱਚ ਬਹੁਤ-ਬਹੁਤ ਸਵਾਗਤ। ਸੋ ਹੁਣ ਸ਼ੁਰੂ ਕਰਦੇ ਹਾਂ ਖਬਰਾਂ ਦਾ ਸਿਲਸਿਲਾ। ਸਭ ਤੋਂ ਪਹਿਲਾਂ ਗੱਲ ਕਰਾਂਗੇ ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਚੱਲ ਰਹੇ ਸੰਘਰਸ਼ ਦੀ। ਕਿਸਾਨਾਂ ਤੇ ਕੇਂਦਰ ਸਰਕਾਰ ਦੇ ਵਿੱਚ ਅੱਜ ਮੀਟਿੰਗ ਹੋਣ ਜਾ ਰਹੀ ਹੈ ਔਰ ਇਸ ਦੇ ਨਾਲ ਹੀ ਕਿਸਾਨਾਂ ਨੇ ਸੰਸਦ ਦਾ ਵਿਸ਼ੇਸ਼ ਇਜਲਾਸ ਬੁਲਾਉਣ ਦੀ ਮੰਗ ਵੀ ਰੱਖੀ ਹੈ। ਕਿਵੇਂ ਵੇਖਦੇ ਹੋ ਇਸ ਖਬਰ ਨੂੰ, ਇਸ ਮਸਲੇ ਨੂੰ, ਔਰ ਇਸ ਦੇ ਨਾਲ ਹੀ ਕੀ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਮਸਲੇ ਦਾ ਕੀ ਹੱਲ ਨਿਕਲੇਗਾ, ਕੀ ਨਿਕਲ ਸਕਦਾ ਹੈ? ਵੰਦਨਾ ਜੀ, ਅੱਜ ਮੀਟਿੰਗ ਹੈ। ਮੀਟਿੰਗ ਅੱਜ ਦੀ ਮੀਟਿੰਗ ਪਹਿਲੇ ਤੋਂ ਤੈਅ ਸੀ। ਪਿਛਲੀ ਜਿਹੜੀ ਮੀਟਿੰਗ ਹੋਈ ਸੀ ਉਹਦੇ 'ਚ ਹੀ ਅੱਜ ਦੀ ਮੀਟਿੰਗ ਨੂੰ ਤੈਅ ਕਰ ਲਿਆ ਗਿਆ ਸੀ, ਪਰ ਵਿੱਚ ਕਿਉਂਕਿ ਕਿਸਾਨਾਂ ਦਾ ਅੰਦੋਲਨ ਇੱਕਦਮ ਤੇਜ਼ ਹੋ ਗਿਆ ਔਰ ਦਿੱਲੀ ਨੂੰ ਘੇਰ ਲਿਆ ਤੇ ਸਰਕਾਰ ਨੂੰ ਬਿਨਾਂ ਸ਼ਰਤ ਐਡਵਾਂਸ ਇੱਕ ਮੀਟਿੰਗ ਕਰਨੀ ਪਈ, ਜਿਹੜੀ ਕਿ ਪਰਸੋਂ ਕੀਤੀ ਗਈ ਸੀ। ਉਹਦੇ 'ਚ ਵੀ ਗੱਲ ਕਿਸੇ ਪਾਸੇ ਨਹੀਂ ਲੱਗੀ ਤੇ ਅੱਜ ਦੀ ਮੀਟਿੰਗ ਜਿਹੜੀ ਹੈ ਇਹ ਫਿਰ ਤੈਅ ਹੋਈ ਹੈ। ਗੱਲ ਸਿਰਫ ਇੰਨੀ ਹੈ ਕਿ ਇਸ ਵੇਲੇ ਜੋ ਹਾਲਾਤ ਬਣ ਰਹੇ ਨੇ, ਸ਼ੁਰੂ 'ਚ ਇੰਜ ਲੱਗਦਾ ਸੀ ਕਿ ਇਹ ਜਿਹੜੀ ਐਜੀਟੇਸ਼ਨ ਹੈ ਸ਼ਾਇਦ ਸਿਰਫ ਪੰਜਾਬ ਦੇ ਕਿਸਾਨਾਂ ਤੱਕ ਸੀਮਤ ਹੈਗੀ ਹੈ ਔਰ ਸਰਕਾਰ ਨੂੰ ਵੀ ਲੱਗਦਾ ਸੀਗਾ ਕਿ ਛੋਟਾ ਜਿਹਾ ਸੂਬਾ ਹੈ ਔਰ ਇਹ ਜਿਹੜੀ ਐਜੀਟੇਸ਼ਨ ਹੈ ਮੁੱਕ ਮਕਾ ਜਾਣੀ ਹੈ, ਕੁਛ ਨਹੀਂ ਹੋਣਾ। ਸਰਕਾਰ ਇਹਨੂੰ ਇੰਜ ਲੈ ਰਹੀ ਸੀ, ਹੁਣ ਗੱਲ ਕਰ ਲਾਂਗੇ, ਫਿਰ 15 ਦਿਨ ਬਾਅਦ ਕਰ ਲਾਂਗੇ, ਕਿ ਜਿੰਨਾ ਲੰਬਾ ਹੁੰਦਾ ਗੱਲ ਖਤਮ ਹੋ ਜਾਵੇ। ਪਰ ਹੁਣ ਜਿਹੜੀ ਐਜੀਟੇਸ਼ਨ ਹੈ, ਜੋ ਹਾਲਾਤ ਬਣੇ ਨੇ, ਉਹ ਇਹ ਹੈ ਕਿ ਇਸ ਵੇਲੇ ਹੁਣ ਦਿੱਲੀ 'ਚ ਬਹਿ ਗਏ ਕਿਸਾਨ ਜਾ ਕੇ। ਹੁਣ ਇਕੱਲੇ ਪੰਜਾਬ ਦੇ ਕਿਸਾਨ ਨਹੀਂ ਹੈਗੇ, ਹਰਿਆਣੇ ਦਾ ਕਿਸਾਨ ਵੀ ਨਾਲ ਜੁੜ ਗਿਆ ਹੈ, ਵੈਸਟਰਨ ਯੂਪੀ ਦਾ ਵੀ ਜੁੜ ਗਿਆ ਹੈ, ਹੋ ਸਕਦਾ ਹੈ ਪਿੱਛੋਂ ਯੂਪੀ ਦਾ ਕਿਸਾਨ ਵੀ ਹੁਣ ਤੁਰ ਪਵੇ। ਮਹਾਰਾਸ਼ਟਰ 'ਚੋਂ ਕਿਸਾਨਾਂ ਦੇ ਆਉਣ ਦੀ ਵੀ ਚਰਚਾ ਸ਼ੁਰੂ ਹੋ ਗਈ ਹੈ ਔਰ ਮੱਧ ਪ੍ਰਦੇਸ਼ ਦੇ ਵਿੱਚੋਂ ਵੀ ਆਉਣੇ ਸ਼ੁਰੂ ਹੋ ਗਏ, ਰਾਜਸਥਾਨ 'ਚੋਂ ਵੀ ਆਉਣੇ ਸ਼ੁਰੂ ਹੋ ਗਏ। ਇਹ ਜਿਹੜੀ ਐਜੀਟੇਸ਼ਨ ਹੈ ਇਹ ਵੱਧਦੀ ਚਲੀ ਜਾ ਰਹੀ ਹੈ। ਜਿਹੜੀ ਸਭ ਤੋਂ ਵੱਡੀ ਗੱਲ ਹੈ ਉਹ ਇਹ ਹੈ ਕਿ ਇਹ ਜਿਹੜੀ ਐਜੀਟੇਸ਼ਨ ਹੈ ਇਹ ਬੜੀ ਸ਼ਾਂਤਮਈ ਐਜੀਟੇਸ਼ਨ ਹੈ, ਇਹਦੇ 'ਚ ਹਿੰਸਾ ਨਹੀਂ ਹੋਈ ਕਿਤੇ ਵੀ। ਔਰ ਜਿਹੜੀ ਐਜੀਟੇਸ਼ਨ ਹਿੰਸਾ ਨਹੀਂ ਹੁੰਦੀ ਉਹ ਸ਼ਾਂਤਮਈ ਹੁੰਦੀ ਹੈ ਔਰ ਐਜੀਟੇਸ਼ਨ ਕਰ ਰਹੇ ਲੋਕ ਜਿਹੜੇ ਨੇ ਉਹ ਆਮ ਲੋਕਾਂ ਦਾ ਧਿਆਨ ਰੱਖਦੇ ਨੇ। ਐਂਬੂਲੈਂਸ ਆ ਜਾਵੇ, ਕਿਸੇ ਨੇ ਫਲਾਈਟ ਫੜਨੀ ਹੋਵੇ, ਕਿਸੇ ਨੇ ਕਿਤੇ ਦਾਖਲਾ ਲੈਣ ਜਾਣਾ ਹੋਵੇ, ਉਹਨੂੰ ਜਦੋਂ ਰਾਹ ਦੇ ਦਿੰਦੇ ਨੇ ਤੇ ਉਸ ਐਜੀਟੇਸ਼ਨ ਨੂੰ ਆਮ ਲੋਕਾਂ ਦੀ ਹਮਦਰਦੀ ਮਿਲ ਜਾਂਦੀ ਹੈ। ਇਹੀ ਕਾਰਨ ਹੈ ਕਿ ਇਸ ਵੇਲੇ ਇਹਨਾਂ ਐਜੀਟੇਸ਼ਨ ਕਰ ਰਹੇ ਕਿਸਾਨਾਂ ਦੇ ਕੋਲ ਕੋਈ ਦੁੱਧ ਲੈ ਕੇ ਆ ਰਿਹਾ ਹੈ, ਕੋਈ ਦਵਾਈਆਂ ਲੈ ਕੇ ਆ ਰਿਹਾ ਹੈ, ਕੋਈ ਕੰਬਲ ਲੈ ਕੇ ਆ ਰਿਹਾ ਹੈ। ਕਈ ਲੋਕ ਐਸੇ ਨੇ, ਗਰੀਬ ਲੋਕ, ਜਿਹੜੇ ਆਟੋ ਰਿਕਸ਼ਾ ਵਾਲੇ, ਟੈਕਸੀਆਂ ਵਾਲੇ, ਮੁਫਤ ਉਹਨਾਂ ਨੂੰ ਇੱਥੋਂ ਤੋਂ ਉੱਥੇ ਲਿਜਾਣ ਦਾ ਕੰਮ ਕਰ ਰਹੇ ਨੇ। ਇਹ ਜਿਹੜੀ ਹਮਦਰਦੀ ਲੋਕਾਂ ਦੀ ਐਜੀਟੇਸ਼ਨ ਨੂੰ ਮਿਲ ਰਹੀ ਹੈ, ਇਹਦੇ ਨਾਲ ਇਹ ਲੱਗਦਾ ਹੈ ਕਿ ਇਹ ਐਜੀਟੇਸ਼ਨ ਛੇਤੀ ਮੁੱਕਣ ਵਾਲੀ ਨਹੀਂ। ਦੂਜੀ ਗੱਲ ਇਹ ਹੈ ਕਿ ਕਿਸਾਨ ਜਿਹੜੇ ਨੇ ਉਹ ਤਹਈਆ ਕਰਕੇ ਬੈਠੇ ਨੇ ਕਿ ਅਸੀਂ ਤਾਂ ਆਪਣਾ ਮੰਗ ਮਨਾ ਕੇ ਜਾਵਾਂਗੇ। ਗੱਲ ਸਿਰਫ ਇੰਨੀ ਹੈ ਕਿ ਇਸ ਵੇਲੇ ਜਿੱਥੇ ਗੱਲ ਫਸੀ ਹੈ ਉਹ ਇਹ ਹੈ ਕਿ ਸਰਕਾਰ ਕਹਿੰਦੀ ਹੈ ਕਿ ਅਸੀਂ ਕਾਨੂੰਨ ਰੱਦ ਨਹੀਂ ਕਰਨੇ ਤੇ ਕਿਸਾਨ ਕਹਿੰਦੇ ਨੇ ਕਾਨੂੰਨ ਰੱਦ ਕਰੋ। ਗੱਲ ਇਹ ਦੋਨੋਂ ਗੱਲਾਂ ਜਿਹੜੀਆਂ ਨੇ ਇਹ ਐਸੇ ਥਾਂ ਤੇ ਆ ਕੇ ਖੜੀਆਂ ਹੋ ਗਈਆਂ ਨੇ ਕਿ ਨਾ ਤਾਂ ਸਰਕਾਰ ਜਿਹੜੀ ਹੈ ਉਹ ਸਿੱਧੇ ਕਾਨੂੰਨ ਰੱਦ ਕਰ ਸਕਦੀ ਹੈ, ਨਾ ਸਰਕਾਰ ਨੇ ਕਰਨੇ ਨੇ, ਤੇ ਨਾ ਕਿਸਾਨਾਂ ਨੇ ਉਦੋਂ ਤੱਕ ਹਟਣਾ ਜਦੋਂ ਤੱਕ ਉਹਨਾਂ ਨੂੰ MSP ਦੀ ਗਰੰਟੀ ਨਹੀਂ ਮਿਲ ਜਾਂਦੀ। ਹੁਣ ਗੱਲ ਸਿਰਫ ਇੰਨੀ ਹੈ ਕਿ ਇਹ ਜਿਹੜਾ ਤਰੀਕਾ ਹੈ ਨਾ ਕਿ ਗੱਲ ਨੂੰ ਲਟਕਾਓ, ਇਹ ਇਸ ਮਾਮਲੇ 'ਚ ਸਿਰੇ ਨਹੀਂ ਚੜ੍ਹਨਾ। ਸਰਕਾਰ ਨੂੰ ਗੰਭੀਰ ਹੋ ਕੇ ਗੱਲ ਕਰਨੀ ਪੈਣੀ ਹੈ। ਗੱਲ ਕੀ ਕਰਨੀ ਪੈਣੀ ਹੈ ਕਿ ਦੇਖੋ, ਤੁਹਾਨੂੰ ਜਿਹੜੀਆਂ ਚੀਜ਼ਾਂ ਇਸ ਵਿੱਚ ਐਡ ਕਰਾਉਣੀਆਂ ਨੇ ਉਹ ਦੱਸੋ, ਜਿਹੜੀਆਂ ਚੀਜ਼ਾਂ ਕਢਾਉਣੀਆਂ ਨੇ ਉਹ ਕੱਢੋ, ਤੇ ਇਸ ਗੱਲ ਤੇ ਨਾ ਅੜੇ ਰਹੋ ਕਿ ਜਦ ਤੱਕ ਤੁਸੀਂ ਇਹ ਰੱਦ ਨਹੀਂ ਕਰੋਗੇ ਉਦੋਂ ਤੱਕ ਆਪਣੀ ਅਸੀਂ ਐਜੀਟੇਸ਼ਨ ਬੰਦ ਨਹੀਂ ਕਰਨੀ। ਤੇ ਸਰਕਾਰ ਨੂੰ ਵੀ ਇਹ ਕਹਿ ਦੇਣਾ ਚਾਹੀਦਾ ਹੈ ਕਿ ਆਓ ਖੁੱਲੇ ਦਿਲ ਨਾਲ ਗੱਲ ਕਰੀਏ, ਜਿਹੜੀਆਂ ਚੀਜ਼ਾਂ ਤੁਹਾਡੀਆਂ ਮੰਗੀਆਂ ਜਾ ਸਕਦੀਆਂ ਨੇ ਉਹਨਾਂ ਨੂੰ ਮੰਨੀਏ। ਦੂਜੀ ਗੱਲ ਹੈ, ਸਰਕਾਰ ਇੱਕ ਗੱਲ ਕਹੀ ਜਾਂਦੀ ਹੈ ਕਿ ਇਹ ਜਿਹੜਾ ਅਸੀਂ ਕਾਨੂੰਨ ਲਿਆਏ ਆ ਇਹ ਕਿਸਾਨਾਂ ਦੇ ਹੱਕ 'ਚ ਨੇ। ਹੁਣ ਜਦ ਕੋਈ ਕਿਸਾਨ ਕਹਿੰਦਾ ਹੀ ਨਹੀਂ ਸਾਡੇ ਹੱਕ 'ਚ ਨੇ ਤੇ ਤੁਸੀਂ ਕਹੀ ਜਾਓਗੇ ਕਿਸਾਨਾਂ ਦੇ ਹੱਕ 'ਚ ਨੇ, ਤੇ ਗੱਲ ਬਣਨੀ ਨਹੀਂ। ਜਾਂ ਤਾਂ ਕੁਝ ਕਿਸਾਨ ਹੀ ਕਹਿੰਦੇ ਕਿ ਇਹ ਜਿਹੜੇ ਕਾਨੂੰਨ ਨੇ ਕਿਸਾਨਾਂ ਦੇ ਹੱਕ 'ਚ ਨੇ। ਅਸੀਂ ਕਿਸੇ ਨੂੰ ਕਹਿੰਦੇ ਨਿੱਕੇ ਬੱਚੇ ਨੂੰ ਕਹਿ ਦਈਏ ਨਾ ਕਿ ਇਹ ਲੈ, ਇਹ ਤੈਨੂੰ ਇਹ ਚੀਜ਼ ਦਿੱਤੀ, ਇਹਦਾ ਤੈਨੂੰ ਫਾਇਦਾ ਹੋਏਗਾ, ਜਦ ਤੱਕ ਬੱਚੇ ਨੂੰ ਨਹੀਂ ਨਜ਼ਰ ਆਉਂਦਾ ਮੈਨੂੰ ਫਾਇਦਾ ਹੋਏਗਾ ਉਦੋਂ ਤੱਕ ਉਹ ਮੰਨਦਾ ਨਹੀਂ। ਕਮੀ ਇਸ ਗੱਲ ਦੀ ਹੈ ਕਿ ਜ਼ਿੱਦ ਦੋਨੋਂ ਪਾਸੇ ਹੈ, ਦੋਨਾਂ ਨੂੰ ਜ਼ਿੱਦ ਛੱਡਣੀ ਪੈਣੀ ਹੈ। ਜਿਹੜੀਆਂ ਜ਼ਰੂਰੀ ਚੀਜ਼ਾਂ ਨੇ ਉਹਨਾਂ ਨੂੰ ਇਮੀਡੀਏਟਲੀ ਲਿਆ ਕੇ
ਸ਼ਾਮਲ ਕਰਨਾ ਪਏਗਾ। ਜਿਹੜੀਆਂ ਬਹੁਤ ਖਤਰਨਾਕ ਲੱਗਦੀਆਂ ਨੇ ਚੀਜ਼ਾਂ ਉਹ ਇਹਨਾਂ ਕਾਨੂੰਨਾਂ ਚੋਂ ਕੱਢਣੀਆਂ ਪੈਣਗੀਆਂ। ਬਾਕੀ ਜਿੱਥੋਂ ਤੱਕ ਹੈ ਨਾ ਇਜਲਾਸ ਬਣਾਉਣ ਦੀ ਗੱਲ ਹੈ, ਮੰਗ ਕੋਈ ਵੀ ਕਰ ਸਕਦਾ, ਕੋਈ ਹਰਜ ਨਹੀਂ। ਜਦੋਂ ਇਹ ਕਾਨੂੰਨ ਪਾਸ ਕੀਤੇ ਗਏ ਨੇ, ਇਜਲਾਸ 'ਚ ਹੀ ਪਾਸ ਕੀਤੇ ਗਏ ਨੇ ਨਾ, ਸੈਸ਼ਨ 'ਚ ਹੀ ਪਾਸ ਕੀਤੇ ਗਏ ਨੇ, ਸਰਕਾਰ ਕੋਲ ਅੱਜ ਵੀ ਮੈਜੋਰਟੀ ਹੈ ਉੱਥੇ। ਜੇ ਸਰਕਾਰ ਮਨ ਬਣਾ ਲਏਗੀ ਕਿ ਅਸੀਂ ਇਜਲਾਸ ਬੁਲਾ ਵੀ ਲਈਏ ਪਾਰਲੀਮੈਂਟ ਦਾ, ਮੈਜੋਰਟੀ ਉਹਨਾਂ ਦੇ ਕੋਲ ਹੈ, ਉਹ ਫਿਰ ਕਹਿ ਲੈਣਗੇ ਅਸੀਂ ਕਾਨੂੰਨ ਹੀ ਰੱਖਣੇ ਨੇ। ਗੱਲ ਇਜਲਾਸ ਬੁਲਾਉਣ ਦੀ ਨਹੀਂ, ਗੱਲ ਜ਼ਿੱਦ ਛੱਡਣ ਦੀ ਹੈ। ਔਰ ਇਹ ਮਾਈਂਡ ਸੈਟ ਜਿਹੜਾ ਕਰ ਲਵੇ, ਚਾਹੇ ਉਹ ਸਰਕਾਰ ਕਰੇ ਚਾਹੇ ਉਹ ਕਿਸਾਨ ਕਰ ਲੈਣ, ਕਿ ਅਸੀਂ ਮਾਂ ਦੇ ਆਟੇ ਵਾਂਗੂ ਆਕੜ ਗਏ ਆ, ਇਹ ਤੋਂ ਇੱਧਰ ਉੱਧਰ ਹੋਣਾ ਹੀ ਨਹੀਂ। ਉਹਦੇ 'ਚ ਹੋਏਗਾ ਕਿ ਅਖੀਰ ਤੇ ਜਾ ਕੇ ਕਵਾਂਗੇ ਸਭ ਕੁਝ ਲੁਟਾ ਕੇ ਹੋਸ਼ ਮੇਂ ਆਏ ਤਾਂ ਕਿਆ ਹੁਆ। ਨੁਕਸਾਨ ਹੋ ਰਿਹਾ ਹੈ, ਸਰਕਾਰਾਂ ਦਾ ਵੀ ਨੁਕਸਾਨ ਹੋ ਰਿਹਾ ਹੈ, ਸੈਂਟਰ ਗਵਰਨਮੈਂਟ ਦਾ ਵੀ ਹੋ ਰਿਹਾ ਹੈ, ਰੇਲਵੇ ਦਾ ਵੀ ਹੋ ਰਿਹਾ ਹੈ, ਸੂਬਾ ਸਰਕਾਰਾਂ ਦਾ ਵੀ ਨੁਕਸਾਨ ਹੋ ਰਿਹਾ, ਆਮ ਆਦਮੀ ਦਾ ਵੀ ਨੁਕਸਾਨ ਹੋ ਰਿਹਾ। ਔਰ ਹੁਣ ਜਿਹੜੀਆਂ ਖਬਰਾਂ ਆ ਰਹੀਆਂ ਨੇ, ਬਹੁਤ ਸਾਰੀਆਂ ਟਰਾਂਸਪੋਰਟ ਐਸੋਸੀਏਸ਼ਨਾਂ ਨੇ ਵੀ ਕਹਿਤਾ ਹੈ ਕਿ 8 ਤਰੀਕ ਤੋਂ ਬਾਅਦ ਅਸੀਂ ਵੀ ਐਜੀਟੇਸ਼ਨ ਨਾਲ ਸ਼ਾਮਲ ਹੋ ਜਾਵਾਂਗੇ। ਜੇ ਟਰਾਂਸਪੋਰਟ ਬੰਦ ਹੋ ਗਈ, ਪਹਿਲੇ ਰੇਲ ਬੰਦ ਹੋਈ ਹੈ, ਕਿੰਨਾ ਨੁਕਸਾਨ ਹੋਇਆ ਰੇਲ ਦਾ, ਰੇਲ ਬੰਦ ਹੋਈ ਹੈ, ਕੋਲਾ ਨਹੀਂ ਆਇਆ, ਖਾਦ ਨਹੀਂ ਆਈ, ਰਾਹ ਮਟੀਰੀਅਲ ਨਹੀਂ ਆਇਆ, ਇੰਡਸਟਰੀ ਬਰਬਾਦ ਹੋਈ ਹੈ। ਇਹ ਐਜੀਟੇਸ਼ਨ ਜਿਹੜੀ ਹੈ ਇਹ ਹੋਰ ਜ਼ਿਆਦਾ ਲੰਬੀ ਨਹੀਂ ਚੱਲਣੀ ਚਾਹੀਦੀ। ਐਵੇਂ 4-4 ਦਿਨ ਦੀਆਂ ਤਰੀਕਾਂ ਪਾ ਕੇ ਜਿਹੜੀਆਂ ਅਸੀਂ ਮੀਟਿੰਗਾਂ ਕਰਦੇ ਹਾਂ, ਇਹ ਬੰਦ ਕਰਕੇ ਇੱਕ ਫੈਸਲਾ ਹੋਣਾ ਚਾਹੀਦਾ। ਅਸੀਂ ਬਹਿ ਗਏ ਹਾਂ 2-4-5 ਘੰਟੇ ਅੱਜ, 2-4-5 ਘੰਟੇ ਕੱਲ, 24 ਘੰਟੇ ਲਾਓ ਤਾਂ ਬੈਠ ਕੇ ਗੱਲ ਕਰੋ। ਇਹ ਜਿਹੜਾ ਤਰੀਕਾ ਹੈ ਨਾ, ਸਰਕਾਰ ਕਈ ਵਾਰੀ ਕਹਿੰਦੀ ਹੈ ਕਿ ਅਸੀਂ ਇੱਕ ਕਮੇਟੀ ਬਣਾ ਲਓ, ਇਹ ਕਰ ਲਓ, ਇਹ ਲੰਬਾ ਕਰਨ ਦਾ। ਇਹਨੂੰ ਲੰਬਾ ਕਰਕੇ ਦੇਸ਼ ਦਾ, ਦੇਸ਼ ਵਾਸੀਆਂ ਦਾ, ਇਹ ਖਾਲੀ ਕਿਸਾਨਾਂ ਦਾ ਨੁਕਸਾਨ ਨਹੀਂ ਹੋ ਰਿਹਾ, ਹਰ ਦੇਸ਼ ਵਾਸੀ ਦਾ ਨੁਕਸਾਨ ਹੋ ਰਿਹਾ। ਇਸ ਮਾਮਲੇ ਨੂੰ ਛੇਤੀ ਨਿਪਟਾ ਲੈਣਾ ਚਾਹੀਦਾ। ਔਰ ਫਿਰ ਇਹ ਕੋਈ ਪਤਾ ਨਹੀਂ ਹੁੰਦਾ, ਅੱਜ ਅਸੀਂ ਕਹੀ ਜਾਂਦੇ ਹਾਂ ਵਾਇਲੈਂਸ ਨਹੀਂ ਹੈਗੀ, ਹਿੰਸਾ ਨਹੀਂ ਹੋਗੀ, ਕੋਈ ਸ਼ਰਾਰਤੀ ਤੱਤਵ ਕਿਸੇ ਵੇਲੇ ਆ ਕੇ 4 ਬੰਦੇ ਉੱਥੇ ਦਾ ਨਾਰਾ ਲਾ ਦੇਣਗੇ, 4 ਬੰਦੇ ਮਗਰ ਤੁਰ ਪੈਣਗੇ, ਨਵਾਂ ਝਗੜਾ ਸ਼ੁਰੂ ਹੋ ਜਾਏਗਾ। ਕਿਉਂ ਕਰ ਰਹੇ ਆ? ਸਰਕਾਰ ਨੂੰ ਗੰਭੀਰਤਾ ਨਾਲ ਇਸ ਕੰਮ ਨੂੰ ਛੇਤੀ ਖਤਮ ਕਰਨਾ ਚਾਹੀਦਾ ਔਰ ਸੋਚਣਾ ਚਾਹੀਦਾ ਕਿਸਾਨ ਜਥੇਬੰਦੀਆਂ ਨੂੰ ਵੀ ਕਿ ਕੋਈ ਮਾੜਾ ਅਨਸਰ ਉੱਥੇ ਵਿੱਚ ਨਾ ਆਵੇ, ਉਸ ਐਜੀਟੇਸ਼ਨ ਕਿਸੇ ਮਾੜੇ ਅਨਸਰ ਨੂੰ ਨੇੜੇ ਨਾ ਆਣ। ਜੀ ਬਿਲਕੁਲ, ਇਸੇ ਮਸਲੇ ਤੇ ਕਿਸਾਨਾਂ ਨਾਲ ਬੈਠਕ ਤੋਂ ਪਹਿਲਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਜਿਹੜੇ ਨੇ ਉਹ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਬੈਠਕ ਕਰਨਗੇ, ਮੀਟਿੰਗ ਕਰਨਗੇ। ਕੀ ਲੱਗਦਾ ਇਸ ਮੀਟਿੰਗ ਦਾ ਕੀ ਸਿੱਟਾ ਨਿਕਲੇਗਾ? ਇਹ ਮੀਟਿੰਗ ਬੜੇ ਦਿਨਾਂ ਤੋਂ ਇਹਦੀ ਉਮੀਦ ਸੀ ਕਿ ਹੋਏਗੀ। ਪਹਿਲੇ ਵੀ 1-2 ਵਾਰੀ ਪਲਾਨ ਹੋਈ ਪਰ ਮੀਟਿੰਗ ਹੋ ਨਹੀਂ ਸਕੀ। ਇਹ ਜਿਹੜੀਆਂ ਮੀਟਿੰਗਾਂ ਨੇ ਹੋਣੀਆਂ ਚਾਹੀਦੀਆਂ ਨੇ। ਮੈਂ ਤਾਂ ਮੇਰੇ ਤਾਂ ਇਹ ਮੰਨਣਾ ਹੈ ਕਿ ਇਸ ਕਾਨੂੰਨ ਨੂੰ ਬਣਾਉਣ ਤੋਂ ਪਹਿਲਾਂ ਜੇ ਸਰਕਾਰ ਉਹਨਾਂ ਸੂਬਿਆਂ ਨਾਲ ਜਿੱਥੇ ਕਿਸਾਨੀ ਜ਼ਿਆਦਾ ਹੁੰਦੀ ਹੈ, ਪੰਜਾਬ, ਹਰਿਆਣਾ, ਹਿਮਾਚਲ, ਯੂਪੀ, ਬਿਹਾਰ, ਉਹਨਾਂ ਦੇ ਮੁੱਖ ਮੰਤਰੀਆਂ ਨੂੰ ਨਾਲ ਬਿਠਾ ਕੇ ਜੇ ਸਰਕਾਰ ਇਹ ਕਾਨੂੰਨ ਬਣਾਉਣ ਤੋਂ ਪਹਿਲੇ ਵਿਚਾਰ ਵਟਾਂਦਰਾ ਕਰ ਲੈਂਦੀ ਤੇ ਸ਼ਾਇਦ ਅੱਛੀ ਗੱਲ ਹੋਣੀ ਸੀ। ਔਰ ਦੇਖੋ, ਪੰਜਾਬ ਸਰਕਾਰ ਹੋਵੇ, ਦਿੱਲੀ ਸਰਕਾਰ ਹੋਵੇ, ਹਰਿਆਣਾ ਸਰਕਾਰ ਹੋਵੇ, ਗੰਭੀਰ ਨੇ ਸਾਰੇ, ਕਿਉਂਕਿ ਨੁਕਸਾਨ ਸਾਰਿਆਂ ਦਾ ਹੋ ਰਿਹਾ। ਸੋ ਇੱਕ ਅੱਛੀ ਗੱਲ ਹੈ। ਮੈਂ ਤਾਂ ਕਹਿੰਦਾ ਕਿ ਹੋਮ ਮਿਨਿਸਟਰ ਸਾਹਿਬ ਨੂੰ, ਬਲਕਿ ਪ੍ਰਧਾਨ ਮੰਤਰੀ ਸਾਹਿਬ ਨੂੰ, ਸਾਰੇ ਮੁੱਖ ਮੰਤਰੀਆਂ ਨੂੰ ਬੁਲਾ ਕੇ ਇੱਕ ਮੀਟਿੰਗ ਕਰਨੀ ਚਾਹੀਦੀ ਹੈ, ਸਾਰਿਆਂ ਦੀ ਰਾਏ ਲੈਣੀ ਚਾਹੀਦੀ ਹੈ। ਔਰ ਇਹ ਇੱਕ ਅੱਛੀ ਗੱਲ ਹੈ। ਸਰਕਾਰ, ਕੇਂਦਰ ਸਰਕਾਰ ਦੇ ਵੱਲੋਂ ਵੀ ਜਿਹੜਾ ਮੁੱਖ ਮੰਤਰੀ ਨੂੰ ਟਾਈਮ ਦਿੱਤਾ ਗਿਆ ਔਰ ਮੁੱਖ ਮੰਤਰੀ ਵੱਲੋਂ ਵੀ ਜਿਹੜਾ ਟਾਈਮ ਮੰਗਿਆ ਗਿਆ, ਇਹਦੇ 'ਚ ਕੋਈ ਨਾ ਕੋਈ ਸਿੱਟਾ ਨਿਕਲੇਗਾ ਜ਼ਰੂਰ, ਕਿਉਂਕਿ ਹਾਲਾਤ ਬੜੇ ਖਰਾਬ ਨੇ। ਇੱਕ ਪਾਸੇ ਕਰੋਨਾ ਜਿਹੜਾ ਹੈਗਾ ਉਹ ਤੁਸੀਂ ਦੇਖ ਰਹੇ ਹੋ ਇੱਕ ਵਾਰੀ ਖਤਰਨਾਕ ਹੋ ਰਿਹਾ, ਫਿਰ ਐਜੀਟੇਸ਼ਨਾਂ 'ਚ ਲੋਕ ਇਕੱਠੇ ਹੋ ਰਹੇ ਨੇ, ਤੇ ਜੋ ਵੀ ਇਹਦਾ ਨੁਕਸਾਨ ਹੋਏਗਾ ਉਹ ਸਾਰੇ ਦੇਸ਼ ਨੇ ਭੁਗਤਣਾ। ਸੋ ਇੱਕ ਅੱਛੀ ਗੱਲ ਹੈ ਔਰ ਸਾਨੂੰ ਅੱਜ ਉਮੀਦ ਕਰਨੀ ਚਾਹੀਦੀ ਹੈ ਕਿ ਕਿਸਾਨਾਂ ਦੀ ਮੀਟਿੰਗ ਤੋਂ ਪਹਿਲਾਂ ਵੀ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਦੀ ਜਿਹੜੀ ਮੀਟਿੰਗ ਹੋ ਰਹੀ ਹੈ, ਇਹਦੇ 'ਚ ਕੁਝ ਐਸੀਆਂ ਚੀਜ਼ਾਂ ਨਿਕਲ ਕੇ ਆਉਣ ਕਿ ਉਹ ਸਾਰੀਆਂ ਚੀਜ਼ਾਂ ਸਾਡੇ ਹੋਮ ਮਿਨਿਸਟਰ ਸਾਹਿਬ ਜਿਹੜੇ ਨੇ, ਉਹ ਜਿਹੜੇ ਮੰਤਰੀ ਉਸ ਮੀਟਿੰਗ 'ਚ ਜਾ ਰਹੇ ਨੇ, ਉਹਨਾਂ ਨਾਲ ਸਾਂਝੀਆਂ ਕਰਨ ਤੇ ਛੇਤੀ ਤੋਂ ਛੇਤੀ ਕਿਸੇ ਪਾਸੇ ਗੱਲ ਲੱਗ। ਜੀ, ਜਿਵੇਂ ਕਿ ਤੁਸੀਂ ਕਿਹਾ ਹੈ ਕਿ ਕਰੋਨਾ ਦੇ ਹਾਲਾਤ ਖਰਾਬ ਹੋ ਰਹੇ ਨੇ, ਅਮਰੀਕਾ ਦੇ ਵਿੱਚ ਪਿਛਲੇ ਹਫ਼ਤੇ ਦੇ ਵਿੱਚ 10,000 ਮੌਤਾਂ ਹੋ ਗਈਆਂ ਨੇ ਔਰ ਭਾਰਤ ਦੀ ਵੀ ਗੱਲ ਕਰੀਏ ਤਾਂ ਮਾਮਲੇ ਜਿਹੜੇ ਨੇ ਇੱਕ ਵਾਰ ਫੇਰ ਤੋਂ ਤੇਜ਼ੀ ਦੇ ਨਾਲ ਵੱਧ ਰਹੇ ਨੇ। ਕੀ ਲੱਗਦਾ ਕੀ ਤਾਜ਼ਾ ਸਥਿਤੀ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਕਰੋਨਾ ਨੂੰ ਲੈ ਕੇ ਕੀ ਸਥਿਤੀ ਰਹਿਣ ਵਾਲੀ ਹੈ? ਉਹਦੇ ਨਾਲ ਜੀ 2 ਚੀਜ਼ਾਂ ਦੋਨੋਂ ਹੀ ਫਟਾਫਟ ਚੱਲ ਰਹੀਆਂ ਨੇ। ਇੱਕ ਪਾਸੇ ਤਾਂ ਮੌਸਮ ਨੂੰ ਕਹਿ ਰਹੇ ਨੇ ਕਿ ਸ਼ਾਇਦ ਸਰਦੀ ਆਉਣ ਕਰਕੇ ਇਹ ਕਰੋਨਾ ਹੋਰ ਵੱਧ ਰਿਹਾ। ਦੂਜਾ, ਕਿਉਂਕਿ ਲੋਕਡਾਊਨ ਖਤਮ ਹੋ ਚੁੱਕੇ ਨੇ, ਲੋਕੀ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਨਹੀਂ ਰੱਖਦੇ ਪਏ, ਲੋਕੀ ਧਾਰਮਿਕ ਸਮਾਗਮ ਹੋਣ, ਵਿਆਹ ਸ਼ਾਦੀਆਂ ਹੋਣ ਜਾਂ ਕੋਈ ਵੀ ਹੋਣ, ਉਹਦੇ 'ਚ ਹੁਣ ਵੱਡੇ ਇਕੱਠ ਹੋਣੇ ਸ਼ੁਰੂ ਹੋ ਗਏ। ਪੋਲੀਟੀਕਲ ਰੈਲੀਆਂ ਦੇ ਵਿੱਚ ਵੀ ਵੱਡੇ ਇਕੱਠ ਹੋ ਰਹੇ ਨੇ। ਸੋ ਸਾਨੂੰ ਸਾਰਿਆਂ ਨੂੰ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ। ਦੂਜੇ ਪਾਸੇ ਵਧੀਆ ਗੱਲ ਇਹ ਵੀ ਹੈ ਕਿ ਵੈਕਸੀਨ ਜਿਹੜੀ ਹੈ ਉਹ ਵੀ ਜਲਦੀ ਆਉਣ ਦੀ ਕਾਫੀ ਉਮੀਦਾਂ ਲੱਗ ਗਈਆਂ ਨੇ। ਤੋ ਦੋਨੋਂ ਚੀਜ਼ਾਂ ਨਾਲ ਚੱਲਦੀਆਂ ਪਈਆਂ, ਪਰ ਜ਼ਿੰਮੇਵਾਰੀ ਸਰਕਾਰ ਦੇ ਨਾਲ ਆਮ ਲੋਕਾਂ ਨੂੰ ਲੈਣੀ ਪਏਗੀ। ਜਦੋਂ ਅਸੀਂ ਇਸ ਗੱਲ ਦਾ ਧਿਆਨ ਨਹੀਂ ਰੱਖਦੇ, ਸਰਕਾਰ ਜੁਰਮਾਨਾ ਵਧਾ ਰਹੀ ਹੈ,
ਪੰਜਾਬ ਦੇ ਅੰਦਰ ਵੀ ਹੁਣ 1000 ਰੁਪਏ ਜੁਰਮਾਨਾ ਕਰਤਾ ਜੇ ਕੋਈ ਮਾਸਕ ਨਹੀਂ ਪਾਏਗਾ ਤਾਂ। ਗੱਲ ਇਹ ਜੁਰਮਾਨਾ ਤਾਂ ਕਰਤਾ, ਉਹਦੇ ਬਾਵਜੂਦ ਕੋਈ ਮਾਸਕ ਪਾਉਣ ਨੂੰ ਤਿਆਰ ਨਹੀਂ। ਕੋਈ ਆਦਮੀ ਬਿਲਕੁਲ ਉਸ ਤਰ੍ਹਾਂ ਹੀ ਜਿੱਦਾਂ ਹੈਲਮਟ ਨਹੀਂ ਸੀ ਪਾਉਂਦੇ, ਜਿੱਦਾਂ ਸੀਟ ਬੈਲਟ ਨਹੀਂ ਸੀ ਬੰਨਦੇ, ਉਸੇ ਤਰ੍ਹਾਂ ਸਮਝਦੇ ਨੇ। ਗੱਲ ਇਹ ਹੈਲਮਟ ਨਾ ਪਾਉਣ ਨਾਲ, ਸੀਟ ਬੈਲਟ ਨਾ ਲਾਉਣ ਨਾਲ ਤੁਹਾਡਾ ਆਪਣਾ ਨੁਕਸਾਨ ਹੁੰਦਾ ਸੀ, ਜਾਂ ਇੱਕ ਦੇ ਨਾਲ ਐਕਸੀਡੈਂਟ ਹੋਇਆ ਦੂਜੀ ਗੱਡੀ ਦਾ ਨੁਕਸਾਨ ਹੁੰਦਾ ਸੀ। ਜਦੋਂ ਤੁਸੀਂ ਮਾਸਕ ਨਹੀਂ ਪਾਉਂਦੇ, ਜਦੋਂ ਤੁਸੀਂ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਨਹੀਂ ਰੱਖਦੇ, ਉਹਦੇ ਨਾਲ ਹੁੰਦਾ ਕੀ ਹੈ, ਉਹਦੇ ਨਾਲ ਪਤਾ ਨਹੀਂ ਕਿੰਨੇ ਲੋਕਾਂ ਨੂੰ ਤੁਸੀਂ ਮੌਤ ਦੇ ਵੱਲ ਨੂੰ ਤੋਰ ਦਿੰਦੇ ਹੋ। ਆਮ ਆਦਮੀ ਨੂੰ, ਆਮ ਪਬਲਿਕ ਨੂੰ ਇਹ ਜ਼ਿੰਮੇਵਾਰੀ ਨਿਭਾਉਣੀ ਪਏਗੀ। ਜਿਹੜੀਆਂ ਚੀਜ਼ਾਂ, ਜਿਹੜੇ ਦਿਸ਼ਾ ਨਿਰਦੇਸ਼ ਸਰਕਾਰ ਨੇ ਦਿੱਤੇ ਨੇ, ਉਹਨਾਂ ਦੀ ਪਾਲਣਾ ਕਰਨੀ ਪਵੇਗੀ ਤਾਂ ਕਿ ਅਸੀਂ ਛੇਤੀ ਤੋਂ ਛੇਤੀ ਇਸ ਤੋਂ ਬਾਹਰ ਆਈਏ। ਬਾਕੀ ਉਮੀਦ ਹੈ ਕਿ ਹੁਣ ਸ਼ਾਇਦ ਫਰਵਰੀ ਮਾਰਚ ਦੇ ਆਉਣ ਤੱਕ ਵੈਕਸੀਨ ਕੋਈ ਚੰਗੀ ਵਧੀਆ ਆ ਜਾਏਗੀ, ਰਿਜ਼ਲਟ ਅੱਛੇ ਆ ਰਹੇ ਨੇ ਤੇ ਉਹਦੇ ਨਾਲ ਦੂਰ ਵੀ ਹੋਏਗਾ। ਪਰ ਜਦ ਤੱਕ ਨਹੀਂ ਆਂਦਾ, ਜਿੰਨੇ ਲੋਕ ਉਸ ਦੌਰ 'ਚ ਬਿਮਾਰ ਹੋ ਜਾਣਗੇ, ਜਿੰਨੇ ਲੋਕ ਉਸ ਦੌਰ 'ਚ ਆਪਣੀ ਜ਼ਿੰਦਗੀ ਗਵਾ ਬੈਣਗੇ, ਉਹਨਾਂ ਨੂੰ ਕੌਣ ਵਾਪਸ ਲਿਆਏਗਾ? ਜਿਹੜੇ ਨੁਕਸਾਨ, ਚਾਹੇ ਉਹ ਆਰਥਿਕ ਨੁਕਸਾਨ ਹੋਵੇ, ਚਾਹੇ ਉਹ ਸਮਾਜਿਕ ਨੁਕਸਾਨ ਹੋਵੇ, ਚਾਹੇ ਇੱਕ ਬੜੀ ਪੀੜਾ, ਮਾਨਸਿਕ ਪੀੜਾ ਹੁੰਦੀ ਹੈ। ਜਿਸ ਘਰ ਦੇ ਵਿੱਚ ਕਰੋਨਾ ਆ ਜਾਂਦਾ ਹੈ, ਉਸ ਘਰ ਦੇ ਲੋਕਾਂ ਨੂੰ ਮਾਨਸਿਕ ਤੌਰ ਤੇ ਬੜਾ ਤਕਲੀਫ ਸਹਿਣੀ ਪੈਂਦੀ ਹੈ। ਸਾਰਾ ਘਰ ਪਰੇਸ਼ਾਨ ਹੋ ਜਾਂਦਾ, ਆਂਢ ਗੁਆਂਢ ਨਫ਼ਰਤ ਕਰਨ ਲੱਗ ਪੈਂਦੇ ਨੇ, ਕੋਈ ਨੇੜੇ ਨਹੀਂ ਆਂਦਾ। ਸੋ ਇਹਦੇ ਲਈ ਜ਼ਰੂਰੀ ਹੈ ਕਿ ਜਿਹੜੇ ਵੀ ਨੋਰਮ ਸਰਕਾਰ ਨੇ ਤੈਅ ਕੀਤੇ ਨੇ, ਸਾਰੀ ਸੁਸਾਇਟੀ, ਸਾਰਾ ਸਮਾਜ, ਅਸੀਂ ਮਿਲ ਕੇ ਉਹਦੀ ਪਾਲਣਾ ਕਰੀਏ ਤਾਂ ਕਿ ਸਭ ਕਰੋਨਾ ਤੋਂ ਬਚੇ ਰਹੀਏ। ਜੀ ਬਿਲਕੁਲ, ਪੂਰੀ ਦੁਨੀਆ ਉਮੀਦ ਕਰ ਰਹੀ ਹੈ ਕਿ ਵੈਕਸੀਨ ਜਲਦੀ ਆਏਗੀ। ਗੱਲ ਕਰੀਏ ਅਮਰੀਕੀ ਕੰਪਨੀ ਦੁਆਰਾ ਬਣਾਈ ਗਈ ਜਿਹੜੀ ਵੈਕਸੀਨ ਹੈਗੀ ਫਾਈਜ਼ਰ, ਤਾਂ ਉਹਨੂੰ ਹੁਣ ਬ੍ਰਿਟੇਨ ਨੇ ਵੀ ਮਨਜ਼ੂਰੀ ਦੇ ਦਿੱਤੀ, ਔਰ ਇਸ ਦੇ ਨਾਲ ਹੀ ਪੰਜਾਬ ਦੇ ਵਿੱਚ ਵੀ ਵੈਕਸੀਨ ਨੂੰ ਲੈ ਕੇ ਕੁਝ ਦਾਅਵੇ ਕੀਤੇ ਜਾ ਰਹੇ ਨੇ। ਇਸ ਬਾਰੇ ਸਾਨੂੰ ਇਹ ਬੜੀ ਅੱਛੀ ਗੱਲ ਹੈ, ਖੁਸ਼ਖਬਰੀ ਹੈ ਅੱਜ ਦੇ ਅਖਬਾਰਾਂ ਦੇ ਵਿੱਚ ਕਿ ਬ੍ਰਿਟੇਨ ਨੇ ਜਿਹੜੀ ਸੀਗੀ ਫਾਈਜ਼ਰ ਕੰਪਨੀ ਦੀ ਜਿਹੜੀ ਆ ਰਹੀ ਹੈ ਵੈਕਸੀਨ, ਉਹਨੂੰ ਮਨਜ਼ੂਰੀ ਦਿੱਤੀ ਹੈ। ਔਰ ਇਹ ਵੀ ਉਮੀਦ ਦਿੱਤੀ ਜਾ ਰਹੀ ਹੈ ਕਿ ਸ਼ਾਇਦ ਅਗਲਾ ਹਫਤਾ 7-8 ਤਰੀਕ ਤੋਂ ਇਹ ਮਾਰਕੀਟ 'ਚ ਉੱਥੇ ਆ ਵੀ ਜਾਏਗੀ। ਇਹਦੇ 'ਚ 2-3 ਗੱਲਾਂ ਜ਼ਰੂਰ ਨੇ। ਪਹਿਲੀ ਤਾਂ ਗੱਲ ਇਹ ਹੈ ਕਿ ਵੈਸੇ ਤਾਂ ਕਾਫੀ ਇਹਦੇ ਟੈਸਟ ਹੋਏ ਨੇ, ਟੈਸਟ ਹੋਣ ਤੋਂ ਬਾਅਦ 90% ਤੋਂ ਵੱਧ ਜਿਹੜੇ ਹੈਗੇ ਨੇ ਰਿਜ਼ਲਟ ਇਹਦੇ ਅੱਛੇ ਆਏ ਨੇ ਇਸ ਵੈਕਸੀਨ ਦੇ। ਪਰ ਉਹਦੇ ਬਾਵਜੂਦ 2-3 ਗੱਲਾਂ ਨੇ। ਇੱਕ ਤਾਂ ਵੈਕਸੀਨ ਪਹਿਲੀ ਆਣੀ ਹੈ, ਥੋੜਾ ਜਿਹਾ ਖਤਰਾ ਜ਼ਰੂਰ ਹੁੰਦਾ ਹਰ ਆਦਮੀ ਨੂੰ, ਔਰ ਉਸ ਖਤਰੇ ਨੂੰ ਦੇਖਦੇ ਹੋਏ ਅੱਛੀ ਗੱਲ ਹੈ ਕਿ ਸਾਡੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਕਿਹਾ ਕਿ ਮੈਂ ਜਦੋਂ ਹਿੰਦੁਸਤਾਨ 'ਚ ਆਏਗੀ, ਪੰਜਾਬ ਸਭ ਤੋਂ ਪਹਿਲਾ ਟੀਕਾ ਮੈਂ ਇਹਦਾ ਲਵਾਵਾਂਗਾ ਤਾਂ ਕਿ ਲੋਕਾਂ ਨੂੰ ਡਰ ਨਾ ਰਵੇ। ਅੱਛੀ ਗੱਲ ਹੈ, ਇਹਦਾ ਸਵਾਗਤ ਕੀਤਾ ਜਾਣਾ ਚਾਹੀਦਾ ਹੈ। ਪਰ ਦੂਜੀਆਂ ਗੱਲਾਂ ਹੈ ਕਿ ਇੱਕ ਤਾਂ ਇਹ ਹੈ ਕਿ ਹਿੰਦੁਸਤਾਨ 'ਚ ਵੀ ਛੇਤੀ ਆਵੇ, ਕਿਉਂਕਿ ਸਾਡਾ ਬਹੁਤਾ ਕੰਸਰਨ ਹਿੰਦੁਸਤਾਨ ਦੇ ਨਾਲ ਹੈ। ਅਗਲੀ ਗੱਲ ਇਹ ਹੈ ਕਿ ਇੰਗਲੈਂਡ ਵਰਗਾ ਜਿਹੜਾ ਦੇਸ਼ ਹੈ, ਅਮੀਰ ਦੇਸ਼ ਹੈ, ਉੱਥੇ ਮਹਿੰਗੀ ਵੈਕਸੀਨ ਆਮ ਆਦਮੀ ਵੀ ਅਫੋਰਡ ਕਰ ਸਕਦਾ ਹੈ ਔਰ ਉੱਥੇ ਸਰਕਾਰ ਨੇ ਵੀ ਸਾਰਿਆਂ ਨੂੰ ਲਵਾ ਦੇਣੀ ਹੈ, ਕਿਉਂਕਿ ਇੰਗਲੈਂਡ ਦੇ ਅੰਦਰ ਮੈਡੀਕਲ ਫੈਸਿਲਿਟੀ ਸਾਰੀ ਫ੍ਰੀ ਦਿੱਤੀ ਜਾਂਦੀ ਹੈ ਉੱਥੋਂ ਦੇ ਨਾਗਰਿਕਾਂ ਨੂੰ। ਸਾਡੇ ਹਿੰਦੁਸਤਾਨ 'ਚ ਐਸਾ ਨਹੀਂ ਹੈਗਾ। ਪਰ ਹਿੰਦੁਸਤਾਨ ਦੀ ਸਰਕਾਰ ਨੇ ਵੀ, ਚਾਹੇ ਉਹ ਪੋਲੀਓ ਦੀ ਗੱਲ ਹੋਵੇ, ਚਾਹੇ ਟੀਬੀ ਦੀ ਗੱਲ ਹੋਵੇ, ਚਾਹੇ ਹੈਪੇਟਾਈਟਸ ਬੀ ਦੀ ਗੱਲ ਹੋਵੇ, ਮੁਫਤ ਜਿਹੜੀ ਹੈ ਵੈਕਸੀਨ ਲਾਈ ਜਾਂਦੀ ਹੈ। ਤੇ ਇਹਦੀ ਵੀ ਵੈਕਸੀਨ ਅਸੀਂ ਉਮੀਦ ਕਰਦੇ ਹਾਂ ਕਿ ਹਰ ਆਦਮੀ ਨੂੰ ਮਿਲੇਗੀ। ਪਰ ਸ਼ੁਰੂ 'ਚ ਇੱਕ ਤਾਂ ਮਹਿੰਗੀ ਬਹੁਤ ਆਣੀ ਹੈ, ਔਰ ਉਹਦੇ 'ਚ ਨਾਲ ਇਹ ਹੈ ਕਿ ਇਹ ਪਹਿਲੇ ਬਜ਼ੁਰਗਾਂ ਨੂੰ, ਜਿਹੜੇ ਮੈਡੀਕਲ ਖੇਤਰ ਦੇ ਨਾਲ ਜੁੜੇ ਲੋਕ ਨੇ, ਉਹਨਾਂ ਨੂੰ, ਜਿਹੜੇ ਵਲੰਟੀਅਰ ਕੰਮ ਕਰ ਰਹੇ ਨੇ ਕਰੋਨਾ ਦੇ ਖਿਲਾਫ, ਪਹਿਲੇ ਉਹਨਾਂ ਨੂੰ ਲਾਈ ਜਾਣੀ ਹੈ। ਆਮ ਆਦਮੀ ਦੀ ਵਾਰੀ ਬਾਅਦ 'ਚ ਆਣੀ ਹੈ। ਅਗਲੀ ਗੱਲ ਇਹ ਹੈ ਕਿ ਜਦੋਂ ਆਣੀ ਹੈ ਮਹਿੰਗੀ ਹੋਣੀ ਹੈ, ਤੇ ਜਿਹੜੇ ਲੋਕਾਂ ਨੇ, ਕਿਉਂਕਿ ਸਰਕਾਰ ਲੇਟ ਪੈਸੇ ਖਰਚਦੀ ਹੈ। ਤੁਸੀਂ ਦੇਖਿਆ ਸਾਡੇ ਨੂੰ ਕਰੋਨਾ ਦਾ ਟੈਸਟ ਸੀਗਾ 5000 ਤੋਂ ਸ਼ੁਰੂ ਹੋਇਆ ਸੀ, ਹੌਲੀ ਹੌਲੀ ਹੁਣ 700 ਰੁਪਏ ਤੱਕ ਆ ਗਿਆ। ਬਾਅਦ 'ਚ ਸਸਤੀ ਹੋਏਗੀ ਇਸੇ ਤਰ੍ਹਾਂ ਨਾਲ ਵੈਕਸੀਨ ਵੀ, ਪਰ ਸ਼ੁਰੂ 'ਚ ਮਹਿੰਗੀ ਆਣੀ ਹੈ। ਅਗਲੀ ਗੱਲ ਇਹ ਹੈ ਕਿ ਇਸ ਵੈਕਸੀਨ ਬਾਰੇ ਕਿਹਾ ਜਾਂਦਾ ਹੈ ਕਿ ਇਹਨੂੰ -70 ਡਿਗਰੀ ਦੇ ਟੈਂਪਰੇਚਰ ਤੇ ਰੱਖਣਾ ਪੈਣਾ ਹੈ। ਹੁਣ ਉਹਦੇ ਲਈ ਸਾਡੀਆਂ ਸਰਕਾਰਾਂ ਕੋਲ ਕਿੰਨੇ ਕੁ ਪ੍ਰਬੰਧ ਨੇ? ਜੇ ਅਸੀਂ ਯੂਰਪ ਦੀ ਗੱਲ ਕਰੀਏ, ਇੰਗਲੈਂਡ ਦੀ ਗੱਲ ਕਰੀਏ, ਉੱਥੇ ਵਾਤਾਵਰਣ ਵੈਸੇ ਵੀ ਮੌਸਮ ਠੰਡਾ ਰਹਿੰਦਾ ਤੇ ਉੱਥੇ ਬੰਦੋਬਸਤ ਵੀ ਉਹਨਾਂ ਕੋਲ ਹੈਗੇ ਨੇ ਕਿ ਉਹ ਵੈਕਸੀਨ ਨੂੰ ਬਹੁਤ ਹੀ ਠੰਡੀ ਜਗ੍ਹਾ ਤੇ ਰੱਖ ਲੈਣਗੇ। ਸਾਡੇ ਕੋਲ ਉਹ ਵੀ ਬੰਦੋਬਸਤ ਕਰਨੇ ਪੈਣੇ ਨੇ। ਸੋ ਹੁਣੇ ਤੋਂ, ਜਦ ਹਾਲੇ ਹਿੰਦੁਸਤਾਨ 'ਚ ਵੈਕਸੀਨ ਆਣੀ ਹੈ, ਹੋ ਸਕਦਾ 15 ਦਿਨ ਲੱਗ ਜਾਣ, ਮਹੀਨਾ ਲੱਗ ਜਾਏ, ਪਰ ਸਾਨੂੰ ਹੁਣੇ ਤੋਂ ਇਹ ਜਿਹੜੇ ਨੌਰਮ, ਜਿਹੜੀਆਂ ਚੀਜ਼ਾਂ ਦੱਸੀਆਂ ਜਾ ਰਹੀਆਂ ਵਿਗਿਆਨਕਾਂ ਵੱਲੋਂ, ਉਹਦੇ ਬੰਦੋਬਸਤ ਹੁਣੇ ਤੋਂ ਕਰਨੇ ਚਾਹੀਦੇ ਨੇ। ਕਿ ਜਿਵੇਂ ਅਸੀਂ ਪਹਿਲੇ ਵੈਂਟੀਲੇਟਰ ਪੈਦਾ ਕਰਨ 'ਚ ਲੇਟ ਹੋਏ, ਲੈਬੋਰਟਰੀਆਂ ਸਥਾਪਿਤ ਕਰਨ 'ਚ ਲੇਟ ਹੋਏ, ਅੱਜ ਹੁਣੇ ਤੋਂ ਸਰਕਾਰਾਂ ਨੂੰ ਇਸ ਬਾਰੇ ਸੋਚਣਾ ਸ਼ੁਰੂ ਕਰਨਾ ਚਾਹੀਦਾ ਹੈ ਕਿ ਅਸੀਂ ਐਸੇ ਬੰਦੋਬਸਤ ਕਰ ਲਈਏ ਕਿ ਵੈਕਸੀਨ ਨੂੰ ਸਾਂਭ ਕੇ ਵੀ ਰੱਖੀਏ, ਖਰਾਬ ਵੀ ਨਾ ਹੋਣ, ਔਰ ਵਲੰਟੀਅਰ ਵੀ ਕੈਪਟਨ ਅਮਰਿੰਦਰ ਸਿੰਘ ਦੇ ਤਰ੍ਹਾਂ ਨਾਲ ਹਰਿਆਣਾ ਦੇ ਇੱਕ ਮੰਤਰੀ ਅਨਿਲ ਵਿਜ ਨੇ ਵੀ
ਉਹਨਾਂ ਨੇ ਆਪਣੇ ਆਪ ਨੂੰ ਵਲੰਟੀਅਰ ਕਰਕੇ ਉਹਨਾਂ ਨੇ ਜਿਹੜਾ ਟੈਸਟ ਹੋ ਰਿਹਾ ਉਹਦਾ ਵੀ ਟੀਕਾ ਲਵਾਇਆ ਆਪਣਾ, ਕਿਉਂਕਿ ਜਦੋਂ ਇਸ ਤਰ੍ਹਾਂ ਦੇ ਆਗੂ ਅੱਗੇ ਆਣਗੇ ਤੇ ਫਿਰ ਆਮ ਲੋਕ ਵੀ ਹਿੰਮਤ ਕਰਕੇ ਆਣਗੇ। ਸੋ ਇਹ ਸਾਰੇ ਅਗਾਊਂ ਬੰਦੋਬਸਤ ਹੁਣੇ ਤੋਂ ਸਰਕਾਰ ਨੂੰ ਕਰਨੇ ਔਰ ਸੋਚਣੇ ਚਾਹੀਦੇ। ਬਿਲਕੁਲ, ਇਸ ਦੇ ਨਾਲ ਹੀ ਅਗਲੀ ਖਬਰ ਵੱਲ ਚੱਲਦੇ ਹਾਂ। ਕੇਂਦਰ ਸਰਕਾਰ ਦੇ ਅਟਾਰਨੀ ਜਨਰਲ ਕੇ ਵੇਣੂਗੋਪਾਲ ਨੇ ਕਿਹਾ ਹੈ ਕਿ ਔਰਤਾਂ ਪ੍ਰਤੀ ਜਿਹੜੀ ਇਹ ਹਿੰਸਾ ਦੀਆਂ ਘਟਨਾਵਾਂ ਵੱਧ ਰਹੀਆਂ ਨੇ ਉਹਨੂੰ ਰੋਕਣ ਦੇ ਲਈ, ਉਹਨਾਂ ਨੂੰ ਘੱਟ ਕਰਨ ਦੇ ਲਈ ਜ਼ਰੂਰੀ ਇਹ ਹੈ ਕਿ ਮਹਿਲਾ ਜੱਜਾਂ ਦੀ ਜਿਹੜੀ ਗਿਣਤੀ ਹੈ ਨਾ ਉਹ ਵਧਾਈ ਜਾਵੇ। ਕਿਵੇਂ ਵੇਖਦੇ ਹੋ ਉਹਨਾਂ ਦੇ ਇਸ ਸੁਝਾਅ ਨੂੰ? ਵੰਦਨਾ ਜੀ, ਗੱਲ ਇਹ ਹੈਗੀ ਹੈ ਕਿ ਇਸ ਗੱਲ ਨੂੰ ਦੋ ਤਰ੍ਹਾਂ ਨਾਲ ਦੇਖਿਆ ਜਾ ਸਕਦਾ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਪਹਿਲੀ ਨਜ਼ਰ 'ਚ ਇਹ ਇੱਕ ਚੰਗੀ ਗੱਲ ਲੱਗਦੀ ਹੈ ਕਿ ਸਾਡੇ ਅਟਾਰਨੀ ਜਨਰਲ ਨੂੰ ਇਹ ਲੱਗਾ ਹੈ ਕਿ ਔਰਤਾਂ ਨੂੰ ਜੇ ਜ਼ਿਆਦਾ ਜੱਜ ਲਾਇਆ ਜਾਏਗਾ ਤੇ ਔਰਤਾਂ ਨੂੰ ਜ਼ਿਆਦਾ ਇਨਸਾਫ ਮਿਲ ਸਕੇਗਾ, ਇਸ ਕਰਕੇ ਔਰਤਾਂ ਦੀ ਗਿਣਤੀ ਵਧਾਈ ਜਾਵੇ। ਇਹ ਚੰਗਾ ਲੱਗਦਾ ਹੈ ਕਿ ਕਿਸੇ ਨੇ ਚਿੰਤਾ ਕੀਤੀ ਹੈ। ਪਰ ਦੂਜੀ ਗੱਲ, ਦੂਜੇ ਨਿਗਾਹ ਨਾਲ ਦੇਖੀਏ ਤੇ ਇੰਜ ਲੱਗਦਾ ਹੈ ਕਿ ਔਰਤ ਹੋਵੇ ਜਾਂ ਮਰਦ ਹੋਵੇ, ਕਾਨੂੰਨ ਸਾਰਿਆਂ ਲਈ ਬਰਾਬਰ ਹੈ ਔਰ ਜੱਜ ਜਿਹੜਾ ਹੈਗਾ ਉਹਨੇ ਇੱਕ ਨਜ਼ਰ ਨਾਲ ਦੇਖਣਾ ਹੈ। ਇਹ ਅਸੀਂ ਸੋਚ ਨਹੀਂ ਸਕਦੇ ਕਿ ਔਰਤਾਂ ਦੇ ਹੱਕ 'ਚ ਜ਼ਿਆਦਾ ਵਧੀਆ ਫੈਸਲੇ ਕਰਨ ਲੱਗ ਪੈਣਗੀਆਂ ਤੇ ਮਰਦਾਂ ਦੇ ਹੱਕ 'ਚ। ਇਹ ਇੱਥੇ ਜਾ ਕੇ ਕਿਤੇ ਇਨਜਸਟਿਸ ਵੀ ਲੱਗਦਾ ਹੈ। ਇਸ ਤਰ੍ਹਾਂ ਦੀ ਗੱਲ ਨੂੰ ਇਹ ਵਿਚਾਰ ਦੀ ਲੋੜ ਹੈ। ਪਰ ਇੱਕ ਗੱਲ ਜ਼ਰੂਰ ਹੈ ਕਿ ਇਸ ਗੱਲ ਦੀ ਚਿੰਤਾ ਤਾਂ ਹੋਈ ਹੈ ਨਾ ਕਿ ਔਰਤਾਂ ਦੇ ਉੱਤੇ ਅਤਿਆਚਾਰ ਵੱਧ ਰਿਹਾ ਹੈ, ਔਰਤਾਂ ਦੇ ਉੱਤੇ ਜ਼ੁਲਮ ਵੱਧ ਰਿਹਾ ਹੈ, ਉਹਦੇ ਵਾਸਤੇ ਉਹਨਾਂ ਨੂੰ ਇਨਸਾਫ ਮਿਲੇ ਕਿ ਸਾਨੂੰ ਉਹਦੇ ਲਈ ਗੱਲ ਕਰਨੀ ਚਾਹੀਦੀ ਹੈ। ਸੋ ਇਹ ਇੱਕ ਚਰਚਾ ਛਿੜੀ ਹੈ, ਇਹਨੂੰ ਸਰਕਾਰ ਦੇ ਅੰਦਰ, ਇਹਨੂੰ ਆਮ ਜਨਤਾ ਦੇ ਅੰਦਰ ਸੋਚਣਾ ਚਾਹੀਦਾ ਹੈ, ਕਿਉਂਕਿ ਔਰਤ ਪੂਜਣਯੋਗ ਹੈ ਔਰ ਔਰਤ ਤੇ ਜ਼ੁਲਮ ਜਿਹੜਾ ਹੈਗਾ ਇਹ ਬਹੁਤ ਵੱਡਾ ਗੁਨਾਹ ਹੈ। ਤਾਂ ਸਾਨੂੰ ਸੋਚਣਾ ਚਾਹੀਦਾ ਕਿ ਕਿਵੇਂ ਇਹਨਾਂ ਨੂੰ ਰੋਕਿਆ ਜਾਵੇ। ਕਾਨੂੰਨ ਬਣਾਉਣਾ ਹੈ, ਕਾਨੂੰਨ ਦੀ ਪਾਲਣਾ ਕਰਾਣੀ ਹੈ, ਇਹ ਛੇਤੀ ਇਨਸਾਫ ਦਿਵਾਉਣਾ ਹੈ, ਕਿਉਂਕਿ ਬਹੁਤ ਹੀ ਵੱਡੀ ਗੱਲ ਹੈ ਕਿ ਜਿੰਨਾ ਜ਼ਿਆਦਾ ਜੁਰਮ ਵੱਧਦਾ ਹੈ ਉਹਦੇ ਪਿੱਛੇ ਕਾਰਨ ਇਹ ਹੁੰਦਾ ਹੈ ਕਿ ਇਨਸਾਫ ਲੇਟ ਮਿਲਦਾ ਹੈ, ਮੁਕਦਮੇ ਲੰਬੇ ਹੁੰਦੇ ਰਹਿੰਦੇ ਨੇ। ਅੱਜ ਇੱਕ ਕ੍ਰਾਈਮ ਹੋਇਆ, 10 ਸਾਲ ਬਾਅਦ ਜੇ ਉਹਦੀ ਸਜ਼ਾ ਮਿਲੇਗੀ ਤੇ ਉਹਦੇ ਨਾਲ ਕ੍ਰਾਈਮ ਘਟਦਾ ਨਹੀਂ ਬਲਕਿ ਵੱਧਦਾ। ਸੋ ਇਹਨਾਂ ਸਾਰੀਆਂ ਗੱਲਾਂ ਤੇ ਵਿਚਾਰ ਕਰਨ ਦੀ ਲੋੜ ਹੈ। ਜੀ ਬਿਲਕੁਲ, ਇਸ ਦੇ ਨਾਲ ਹੀ ਪ੍ਰੋਗਰਾਮ ਖਾਸ ਖਬਰ ਇੱਕ ਨਜ਼ਰ ਦਾ ਸਮਾਂ ਇੱਥੇ ਹੀ ਸਮਾਪਤ ਹੋ ਰਿਹਾ। ਵਰਿੰਦਰ ਜੀ, ਪ੍ਰੋਗਰਾਮ ਦੇ ਵਿੱਚ ਆਉਣ ਲਈ ਸਾਰੀ ਜਾਣਕਾਰੀ ਸਾਂਝੀ ਕਰਨ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਤੇ ਇਸ ਦੇ ਨਾਲ ਹੀ ਮੈਨੂੰ ਵੰਦਨਾ ਖੰਨਾ ਨੂੰ ਤੇ ਸਾਡੇ ਮਾਹਿਰ ਮਹਿਮਾਨ ਵਰਿੰਦਰ ਸ਼ਰਮਾ ਜੀ ਨੂੰ ਦਿਓ ਇਜਾਜ਼ਤ। ਧੰਨਵਾਦ।